ਅੱਜ ਜੋ 6-6 ਮਹੀਨੇ 'ਚ ਵੀਜ਼ਾ ਅਪਲਾਈ ਹੁੰਦਾ ਸੀ 1 ਮਹੀਨੇ ਤੋਂ ਘੱਟ ਸਮੇਂ 'ਚ ਵੀਜ਼ਾ ਹਾਸਿਲ ਹੋ ਰਿਹਾ ਹੈ। ਤੇ ਬਹੁਤ ਸਾਰੇ ਵੀਜ਼ਾ ਸਾਨੂੰ 20-20 22-22 ਦਿਨਾਂ 'ਚ ਆਏ ਔਰ ਕੱਲ 2 ਦਿਨ ਪਹਿਲਾਂ ਸਾਨੂੰ ਇੱਕ ਵੀਜ਼ਾ ਰਿਸੀਵ ਹੋਇਆ 16 ਦਿਨਾਂ ਦੇ ਵਿੱਚ। ਤੁਹਾਡੇ ਕੋਲ ਹੁਣ ਤੱਕ ਫਿਲਹਾਲ ਕਿੰਨੇ ਵੀਜ਼ਾ ਸਕਸੈਸ ਰੇਟ ਹੋ ਚੁੱਕੀ ਹੈ ਇਸ ਬਾਰੇ? ਦੇਖੋ ਪਿਛਲੇ 4 ਮਹੀਨੇ ਵਿੱਚ ਸਾਡੇ ਕੋਲ ਅਪਰੋਕਸੀਮੇਟਲੀ 155 ਕੈਨੇਡਾ ਦੇ ਓਪਨ ਵਰਕ ਪਰਮਿਟ ਸਾਨੂੰ ਹਾਸਿਲ ਹੋਏ ਹਨ। ਪ੍ਰੋਬਲਮ ਕੀ ਆ ਰਹੀ ਹੈ, ਜਿਹੜੇ ਵੀ ਬੱਚਾ ਰੀਅਪਲਾਈ ਕਰਦਾ ਸਭ ਤੋਂ ਪਹਿਲਾਂ ਇਹ ਦੇਖੇ ਆਪਣੀ ਫਾਈਲ ਵਿੱਚ ਕੀ ਕਮੀ ਰਹਿ ਗਈ, ਕੀ ਡਾਕੂਮੈਂਟੇਸ਼ਨ ਉਹ ਨਹੀਂ ਲਗਾ ਪਾਇਆ ਜਿਸ ਕਰਕੇ ਵੀਜ਼ਾ ਰਿਫਿਊਜ਼ਡ ਹੋਇਆ। ਜਿਵੇਂ ਸਪਾਊਸ ਵੀਜ਼ਾ ਕੋਈ ਫਰਸਟ ਟਾਈਮ ਅਪਲਾਈ ਕਰ ਰਿਹਾ ਹੈ ਤਾਂ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿਹੜੇ ਡਾਕੂਮੈਂਟਸ ਲਗਾਉਣੇ ਚਾਹੀਦੇ ਨੇ ਕਿ ਉਹਦਾ ਵੀਜ਼ਾ ਸਕਸੈਸ ਰੇਟ ਫਰਸਟ ਟਾਈਮ ਦੇ ਵਿੱਚ ਹੀ ਕੰਪਲੀਟ ਹੋ? ਕੈਨੇਡਾ ਜਿਹੜਾ ਓਪਨ ਵਰਕ ਪਰਮਿਟ ਹੈ ਉਹ ਹਰ ਇੱਕ ਦੇ ਬਸ ਦਾ ਕੰਮ ਨਹੀਂ ਹੈ, ਉਹ ਸਟੂਡੈਂਟ ਵੀਜ਼ਾ ਵਾਲਾ ਸਿਸਟਮ ਨਹੀਂ ਹੈ। ਬਹੁਤ ਸਾਰੇ ਲੋਕ ਆਪਣੀ ਫਾਈਲ ਵਿੱਚ ਐਸਓਪੀ ਲਗਾਉਂਦੇ ਹੈ, ਇੱਕ ਕਲੀਅਰ ਕਰ ਦੇਣਾ ਉੱਤੇ ਐਸਓਪੀ ਲੱਗਦੀ, ਐਸਓਆਰ ਲੱਗਦੀ, ਸਟੇਟਮੈਂਟ ਆਫ ਰਿਲੇਸ਼ਨਸ਼ਿਪ। ਅਗਰ ਤੁਸੀਂ ਡਾਕੂਮੈਂਟ ਇਨਕੰਪਲੀਟ ਲਗਾਉਂਦੇ ਹੋ ਤੁਸੀਂ ਰਿਫਿਊਜ਼ਲ ਤੋਂ ਇਲਾਵਾ ਬੈਨ ਵੀ ਹੋ ਸਕਦੇ ਹੋ। ਨਾਲੋਂ ਨਾਲ ਜਿੱਥੇ ਵੀ ਉਹ ਜੌਬ ਕਰ ਰਿਹਾ ਉਹਦੇ ਕੋਲ ਜੌਬ ਦੇ ਪ੍ਰੂਫ ਹੋਣੇ ਚਾਹੀਦੇ ਹੈ, ਉਹਦੀ ਸੈਲਰੀ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ, $2,000-2,500 ਉਹਦੇ ਕੈਨੇਡਾ ਦੇ ਅਕਾਊਂਟ ਵਿੱਚ ਹੋਣਾ ਚਾਹੀਦਾ ਹੈ, ਜਿੱਥੇ ਉਹ ਰਹਿ ਰਿਹਾ ਹੈ ਉਹਦਾ ਰੈਂਟ ਐਗਰੀਮੈਂਟ ਹੋਣਾ ਚਾਹੀਦਾ। ਇਹ ਬੇਸਿਕ ਡਾਕੂਮੈਂਟ ਕੈਨੇਡਾ ਤੋਂ ਚਾਹੀਦੇ ਹੈ ਕਿ ਅਗਰ ਉਹ ਇੰਡੀਆ ਵਿੱਚ ਜੌਬ ਕਰ ਰਿਹਾ ਤਾਂ ਉਹਦੇ ਕੋਲ ITR ਹੋਣੀ ਚਾਹੀਦੀ ਹੈ ਤੇ ਐਕਸਪੀਰੀਅੰਸ ਲੈਟਰ ਹੋਣਾ ਚਾਹੀਦਾ ਹੈ। ਅਗਰ ਉਹ ਇੰਡੀਆ ਵਿੱਚ ਐਗਰੀਕਲਚਰਿਸਟ ਹੈ ਉਹਦੇ ਕੋਲ J ਫਾਰਮ ਹੋਣੇ ਚਾਹੀਦੇ ਹੈ, ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਹੈ ਔਰ ਸਭ ਤੋਂ ਇੰਪੋਰਟੈਂਟ ਪਾਰਟ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਪ੍ਰੂਫ ਹੋਣੇ ਚਾਹੀਦੇ ਹੈ। ਕੋਰਟ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੈ, ਬੱਚੇ ਦੇ ਪਾਸਪੋਰਟ ਦੇ ਉੱਤੇ ਉਹਦੇ ਸਪਾਊਸ ਦਾ ਨੇਮ ਹੋਣਾ ਬਹੁਤ ਜ਼ਰੂਰੀ ਹੈ। ਓਪਨ ਵਰਕ ਪਰਮਿਟ ਸਿਰਫ ਉਹੀ ਅਪਲਾਈ ਕਰ ਸਕਦਾ ਜਿਹਨੇ ਕੈਨੇਡਾ ਦੇ ਡਿਪੈਂਡੈਂਟ ਵੀਜ਼ਾ ਹਾਸਿਲ ਕੀਤੇ ਹਨ। ਪਿਛਲੇ 3 ਤੋਂ 4 ਮਹੀਨੇ ਸਾਡੇ ਕੋਲ 155 ਕੈਨੇਡਾ ਦੇ ਓਪਨ ਵਰਕ ਪਰਮਿਟ ਆਏ ਔਰ ਸਾਡਾ ਸਿੰਗਲ ਕੈਨੇਡਾ ਦਾ ਵੀਜ਼ਾ ਓਪਨ ਵਰਕ ਪਰਮਿਟ ਰਿਫਿਊਜ਼ ਨਹੀਂ ਹੋਇਆ। ਬਹੁਤ ਸਾਰੇ ਲੋਕ ਨੇ ਜੋ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਤੇ ਟਾਈਮ ਟੂ ਟਾਈਮ ਕੈਨੇਡਾ ਗਵਰਨਮੈਂਟ ਵੱਲੋਂ ਵੀ ਕੁਝ ਅਪਡੇਸ਼ਨਸ ਕੀਤੀਆਂ ਜਾਂਦੀਆਂ ਨੇ, ਰੂਲਸ ਚੇਂਜ ਕੀਤੇ ਜਾਂਦੇ ਨੇ, ਜਿਸ ਬਾਰੇ ਲੁਧਿਆਣਾ ਲਾਈਵ ਦੀ ਟੀਮ ਤੁਹਾਨੂੰ ਹੈ ਜਿਹੜੀ ਰੂਬਰੂ ਕਰਵਾਉਂਦੀ ਰਹਿੰਦੀ ਹੈ। ਤੇ ਹੁਣ ਕੀ ਲੇਟੈਸਟ ਅਪਡੇਟਸ ਨੇ ਤੇ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਜਿਹੜੇ ਕਪਲਸ ਨੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਫਿਰ ਆਪਣੇ ਸਪਾਊਸ ਨੂੰ ਬਾਹਰ ਬੁਲਾਉਣਾ ਚਾਹੁੰਦੇ ਨੇ ਔਰ ਅਪਡੇਸ਼ਨਸ ਕੀ ਨੇ ਇਸ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਤੇ ਸਾਡੇ ਨਾਲ ਮੌਜੂਦ ਨੇ ਵਿਜ਼ਨ ਗਰੁੱਪ ਤੋਂ ਮਿਸਟਰ ਹਨੀਸ਼ ਉੱਪਲ ਜੀ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਦੱਸਣਗੇ ਕਿ ਕਿਹੜੇ ਨਵੇਂ ਰੂਲਸ ਆਏ ਨੇ, ਕਿਹੜੀਆਂ ਨਵੀਆਂ ਅਪਡੇਸ਼ਨਸ ਆਈਆਂ ਨੇ, ਕਿਹੜੇ ਡਾਕੂਮੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕਿ ਤੁਹਾਡਾ ਵੀਜ਼ਾ ਤੁਹਾਡੇ ਹੱਥ ਹੋਵੇ। ਤਾਂ ਆਓ ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ ਸਰ, ਲੁਧਿਆਣਾ ਲਾਈਵ ਦੇ ਸਾਡੇ ਸਪੈਸ਼ਲ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਸਰ, ਬਾਹਰ ਜਾਣ ਦੀ ਜੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਨੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਖਾਸ ਕਰ ਕੈਨੇਡਾ, ਪਰ ਵੀਜ਼ਾਸ ਨੂੰ ਲੈ ਕੇ ਬਹੁਤ ਕਨਫਿਊਜ਼ਨਸ ਰਹਿੰਦੀ ਹੈ ਕਿ ਕਿਹੜਾ ਵੀਜ਼ਾ ਅਪਲਾਈ ਕਰੀਏ। ਸਪਾਊਸ ਵੀਜ਼ਾ, ਡਿਪੈਂਡੈਂਟ ਵੀਜ਼ਾ ਔਰ ਵਰਕ ਪਰਮਿਟ ਹੈ ਜਿਹੜਾ ਓਪਨ ਵਰਕ ਪਰਮਿਟ ਨੂੰ ਲੈ ਕੇ ਬਹੁਤ ਕਨਫਿਊਜ਼ਨ ਰਹਿੰਦੀ ਹੈ ਕਿ ਇੱਕੋ ਕੈਟੇਗਰੀ ਦੇ ਵਿੱਚ ਨੇ ਜਾਂ ਫਿਰ ਇਹ ਅਲੱਗ-ਅਲੱਗ ਨੇ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਕਲੀਅਰ ਕਰੋ। ਮੈਮ ਦੇਖੋ, ਜਿਹੜਾ ਬੇਸਿਕਲੀ ਕੈਨੇਡਾ ਦਾ ਓਪਨ ਵਰਕ ਪਰਮਿਟ ਹੈ ਜਾਂ ਸਪਾਊਸ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਇੱਕ ਚੀਜ਼ ਹੈ। ਅੱਛਾ ਜੀ। ਕੈਨੇਡਾ ਗਵਰਨਮੈਂਟ 3 ਤੋਂ 4 ਤਰ੍ਹਾਂ ਦੀ ਕੈਟੇਗਰੀਜ਼ ਡੀਲ ਕਰ ਰਹੀ ਹੈ। ਇੱਕ ਸਟੂਡੈਂਟ ਵੀਜ਼ਾ ਡੀਲ ਕਰ ਰਹੀ ਹੈ, ਇੱਕ ਵਿਜ਼ਿਟਰ ਵੀਜ਼ਾ ਡੀਲ ਕਰ ਰਹੀ ਹੈ, ਇੱਕ ਡਿਪੈਂਡੈਂਟ ਵੀਜ਼ਾ ਯਾਨੀ ਓਪਨ ਵਰਕ ਪਰਮਿਟ ਜਿਹਨੂੰ ਆਪਾਂ ਕਹਿੰਦੇ ਜਿੰਦੇ ਵਿੱਚ ਸਟੂਡੈਂਟ ਆਲਰੇਡੀ ਕੈਨੇਡਾ ਵਿੱਚ ਹੈ, ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦਾ ਇੰਡੀਆ ਤੋਂ, ਜਾਂ ਇੱਕ PR ਬੇਸ ਤੇ। ਤਾਂ ਜਿਹੜੀ ਤੁਸੀਂ ਐਡਵਰਟਾਈਜ਼ਮੈਂਟ ਦੇਖਦੇ ਹੋ ਕੈਨੇਡਾ ਦਾ ਓਪਨ ਵਰਕ ਪਰਮਿਟ ਜਾਂ ਕੈਨੇਡਾ ਦਾ ਡਿਪੈਂਡੈਂਟ ਵੀਜ਼ਾ ਜਾਂ ਕੈਨੇਡਾ ਸਪਾਊਸ ਦਾ, ਤਿੰਨੋਂ ਇੱਕ ਹੀ ਚੀਜ਼ ਹੈ। ਉਹ ਤਿੰਨੋਂ ਜਿਹੜੀਆਂ ਉਹ ਸਪਾਊਸ ਵੀਜ਼ਾ ਲਈ ਕੰਸੀਡਰ ਕੀਤੀ ਜਾਂਦੀ ਹੈ। ਅੱਛਾ ਜੀ। ਹਾਂਜੀ। ਤੇ ਸਰ, ਜਿਵੇਂ ਇੱਕ ਇਹ ਵੀ ਹੈ ਕਨਫਿਊਜ਼ਨ, ਪਹਿਲਾਂ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਬਹੁਤ ਰਿਲੈਕਸੇਸ਼ਨ ਦਿੱਤੀ ਸੀ ਕੈਨੇਡਾ ਗਵਰਨਮੈਂਟ ਦੇ ਵੱਲੋਂ, ਹੁਣ ਇੱਕ ਫਿਰ ਤੋਂ ਜਿਹੜੇ ਸਪਾਊਸ ਵੀਜ਼ਾਸ ਨੂੰ ਲੈ ਕੇ ਵੀ ਰਿਲੈਕਸੇਸ਼ਨ ਦਿੱਤੀ ਗਈ ਹੈ। ਡਿਊਰੇਸ਼ਨ ਦੀ ਜੇ ਗੱਲ ਕਰੀਏ, ਕਿੰਨੀ ਕੁ ਦੇਰ ਤੱਕ ਤੁਹਾਡੇ ਕੋਲ ਇਹ ਵੀਜ਼ਾਸ ਆ ਜਾਂਦੇ ਨੇ? ਮੈਮ ਦੇਖੋ, ਇਸ ਸਮੇਂ ਕੀ ਹੈ, ਅਗਰ ਤੁਸੀਂ 4 ਮਹੀਨੇ ਪਹਿਲਾਂ ਦੀ ਗੱਲ ਕਰੋ, ਜਿਹੜਾ ਕੈਨੇਡਾ ਦਾ ਓਪਨ ਵਰਕ ਪਰਮਿਟ ਹੁੰਦਾ ਸੀ ਯਾਨੀ ਸਪਾਊਸ ਵੀਜ਼ਾ ਨੂੰ ਡਿਊਰੇਸ਼ਨ 6-6 ਮਹੀਨੇ ਲੱਗ ਜਾਂਦੀ ਸੀ। ਅੱਛਾ ਜੀ। ਕੋਈ ਵੀ ਸਟੂਡੈਂਟ ਕੈਨੇਡਾ ਵਿੱਚ ਜਾਂਦਾ ਹੈ, ਉੱਥੇ ਜਾ ਕੇ 1 ਸਮੈਸਟਰ ਪਾਸ ਕਰਦਾ ਹੈ, ਉਸ ਤੋਂ ਬਾਅਦ ਆਪਣੇ ਸਪਾਊਸ ਨੂੰ ਇੰਡੀਆ ਤੋਂ ਬੁਲਾਉਂਦਾ ਹੈ, ਉਹਨੂੰ ਵੀਜ਼ਾ ਡਿਊਰੇਸ਼ਨ 6-6 ਮਹੀਨੇ ਲੱਗ ਰਹੀ ਸੀ। ਹੁਣ ਕੈਨੇਡਾ ਗਵਰਨਮੈਂਟ ਨੇ ਇੱਕ ਪੋਜ਼ਿਟਿਵ ਕਰਤਾ ਕਿ ਉਹਨਾਂ ਦੀ ਡਿਊਰੇਸ਼ਨ ਘਟਾਤੀ। ਅੱਛਾ ਜੀ। ਅੱਜ ਜੋ 6-6 ਮਹੀਨੇ 'ਚ ਵੀਜ਼ਾ ਅਪਲਾਈ ਹੁੰਦਾ ਸੀ 1 ਮਹੀਨੇ ਤੋਂ ਘੱਟ ਸਮੇਂ 'ਚ ਵੀਜ਼ਾ ਹਾਸਿਲ ਹੋ ਰਿਹਾ ਹੈ। ਓਕੇ। ਯਾਨੀ ਜਿਹੜੇ ਵੀ ਸਪਾਊਸ ਵੀਜ਼ਾ ਕੈਨੇਡਾ ਦਾ ਅਪਲਾਈ ਕਰ ਰਿਹਾ ਹੈ ਅੱਜ ਦੀ ਡੇਟ ਹੀ ਪਿਛਲੇ 3 ਤੋਂ 4 ਮਹੀਨਿਆਂ 'ਚ ਉਹਨਾਂ ਨੂੰ ਜਿਹੜਾ ਡਿਪੈਂਡੈਂਟ ਵੀਜ਼ਾ ਮਿਲ ਰਿਹਾ ਉਹ 1-1 ਮਹੀਨੇ ਤੋਂ ਪਹਿਲਾਂ ਮਿਲ ਰਿਹਾ। ਬਹੁਤ ਸਾਰੇ ਵੀਜ਼ਾ ਸਾਨੂੰ 20-20 22-22 ਦਿਨਾਂ 'ਚ ਆਏ ਔਰ ਕੱਲ 2 ਦਿਨ ਪਹਿਲਾਂ ਸਾਨੂੰ ਇੱਕ ਵੀਜ਼ਾ ਰਿਸੀਵ ਹੋਇਆ 16 ਦਿਨਾਂ ਦੇ ਵਿੱਚ। ਜਾਂ ਜਿਹੜੀ ਡਿਊਰੇਸ਼ਨ ਪਹਿਲਾਂ 6 ਮਹੀਨੇ ਦੀ ਸੀ ਉਹ ਕਿਤੇ ਘਟ ਕੇ ਹੁਣ 1 ਮਹੀਨੇ ਤੋਂ ਥੱਲੇ ਆ ਗਈ। ਠੀਕ ਹੈ ਜੀ। ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਹੋ ਡਿਊਰੇਸ਼ਨ ਜ਼ਿਆਦਾ ਸੀ, ਹੁਣ ਘੱਟ ਹੈ। ਜੇ ਗੱਲ ਕਰੀਏ ਤੁਹਾਡੇ ਕੋਲ ਹੁਣ ਤੱਕ ਫਿਲਹਾਲ ਕਿੰਨੇ ਵੀਜ਼ਾ ਸਕਸੈਸ ਰੇਟ ਹੋ ਚੁੱਕੀ ਹੈ ਇਸ ਬਾਰੇ? ਦੇਖੋ ਪਿਛਲੇ 4 ਮਹੀਨੇ ਵਿੱਚ ਸਾਡੇ ਕੋਲ ਅਪਰੋਕਸੀਮੇਟਲੀ 155 ਕੈਨੇਡਾ ਦੇ ਓਪਨ ਵਰਕ ਪਰਮਿਟ ਸਾਨੂੰ ਹਾਸਿਲ ਹੋਏ ਹਨ। ਓਕੇ। ਇਹ ਵਰਕ ਪਰਮਿਟ ਉਹ ਹੈ, ਪਹਿਲਾਂ ਸ਼ੁਰੂ ਦੇ ਵਿੱਚ ਵੀਜ਼ਾ 45 ਦਿਨਾਂ 'ਚ ਆਇਆ, ਫਿਰ 30 ਦਿਨਾਂ 'ਚ ਆਇਆ, ਹੁਣ 22-20 ਦਿਨਾਂ 'ਚ ਆ ਰਿਹਾ। ਤਾਂ ਅਪਰੋਕਸੀਮੇਟਲੀ 155 ਜਿਹੜੇ ਸਟੂਡੈਂਟ ਹੈ ਸਾਨੂੰ ਪਿਛਲੇ 3 ਮਹੀਨੇ ਸਾਡੇ ਕੋਲ ਜਿਹੜਾ ਡਿਪੈਂਡੈਂਟ ਵੀਜ਼ਾ ਲਗਵਾ ਚੁੱਕੇ ਹਨ। ਓਕੇ।
ਸੋ ਸਰ ਇੱਕ ਸਪਾਊਸ ਵੀਜ਼ਾਸ ਨੂੰ ਲੈ ਕੇ ਬੜੀ ਕਨਫਿਊਜ਼ਨ ਰਹਿੰਦੀ ਆ, ਅਪਲਾਈ ਕਰਦੇ ਆ ਰਿਫਿਊਜ਼ਲਸ ਆ ਜਾਂਦੀ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਸ ਕਾਰਨ ਰਿਫਿਊਜ਼ਲ ਆਈ ਹੈ, ਮੇਨ ਕਾਰਨ ਕੀ ਹੁੰਦਾ ਹੈ ਰਿਫਿਊਜ਼ਲ ਆਉਣ ਦਾ। ਦੇਖੋ ਜਿਹੜੇ ਵੀ ਕਲਾਇੰਟ ਕੈਨੇਡਾ ਦਾ ਡਿਪੈਂਡੈਂਟ ਵੀਜ਼ਾ ਅਪਲਾਈ ਕਰਦੇ ਆ, ਉਹ ਪ੍ਰੋਬਲਮ ਇਹ ਆਂਦੀ ਜਦੋਂ ਵੀਜ਼ਾ ਅਪਲਾਈ ਕਰਦੇ ਡਾਕੂਮੈਂਟੇਸ਼ਨ ਮਿਸ ਕੰਪਲੀਟ ਨਹੀਂ ਕਰਦੇ। ਕੈਨੇਡਾ ਗਵਰਨਮੈਂਟ ਦੇ ਵਿੱਚ ਡਾਕੂਮੈਂਟੇਸ਼ਨ ਦਾ ਬਹੁਤ ਅਹਿਮ ਰੋਲ ਹੈ। ਜਿਹੜਾ ਵੀ ਸਪਾਊਸ ਵੀਜ਼ਾ ਅਪਲਾਈ ਕਰਦਾ ਹੈ, ਓਪਨ ਵਰਕ ਪਰਮਿਟ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਉਹਦੇ ਰਿਲੇਸ਼ਨਸ਼ਿਪ ਪ੍ਰੂਫ ਬਹੁਤ ਇੰਪੋਰਟੈਂਟ ਹੈ। ਕਿਉਂਕਿ ਕਾਰਨ ਕੀ ਹੁੰਦਾ, ਬਹੁਤ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਕਲਾਇੰਟਸ ਨੇ ਜਿਨ੍ਹਾਂ ਦੇ ਸਪਾਊਸ ਜਿਹੜਾ ਹੁੰਦਾ, ਜਿਹੜਾ ਸਟੂਡੈਂਟ ਹੈ, ਉਹ ਮੈਰਿਜ ਤੋਂ ਕੁਝ ਮਹੀਨੇ ਬਾਅਦ ਹੀ ਕੈਨੇਡਾ ਚਲੇ ਜਾਂਦਾ ਹੈ, ਬਟ ਉਹਨਾਂ ਕੋਲ ਰਿਲੇਸ਼ਨਸ਼ਿਪ ਪ੍ਰੂਫ ਪੂਰੇ ਨਹੀਂ ਹੁੰਦੇ, ਜਿਸ ਕਰਕੇ ਫਾਈਲ ਇਨਕੰਪਲੀਟ ਲਗਾਉਂਦਾ। ਜਦੋਂ ਤੁਸੀਂ ਫਾਈਲ ਆਪਣੀ ਕਿਸੇ ਵੀ ਕੈਟਾਗਰੀ ਦੀ, ਚਾਹੇ ਉਹ ਸਟੂਡੈਂਟ ਵੀਜ਼ਾ ਹੈ, ਚਾਹੇ ਵਿਜ਼ਟਰ ਹੈ, ਚਾਹੇ ਡਿਪੈਂਡੈਂਟ ਹੈ, ਤੁਸੀਂ ਜਦੋਂ ਫਾਈਲ ਆਪਣੀ ਇਨਕੰਪਲੀਟ ਲਗਾਓਗੇ ਤਾਂ ਹਾਈ ਕਮਿਸ਼ਨ ਵੀਜ਼ਾ ਨਹੀਂ ਦੇਗੀ। ਸੇਮ ਬਹੁਤ ਸਾਰੇ ਵੀਜ਼ੇ ਰਿਫਿਊਜ਼ਡ ਹੋਏ ਹੈ, ਉਹ ਕੰਪਲੀਟ ਡਾਕੂਮੈਂਟਸ ਨਾਲ ਸਬਮਿਟ ਕੀਤੇ ਵੀਜ਼ਾ ਮਿਲ ਗਿਆ, ਤੇ ਕੰਪਲੀਟ ਡਾਕੂਮੈਂਟ ਹੋਣੇ ਬਹੁਤ ਜ਼ਰੂਰੀ ਹੈ, ਔਰ ਇਹੀ ਕਾਰਨ ਹੈ ਹਾਈ ਕਮਿਸ਼ਨ ਰਿਫਿਊਜ਼ ਕਰਦਾ। ਔਰ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਰਿਲੇਸ਼ਨਸ਼ਿਪ ਪ੍ਰੂਫ। ਤੁਸੀਂ ਜਿੰਨੇ ਕੋ ਦੇਖੋਗੇ ਕੇਸ ਤੁਹਾਨੂੰ ਮਿਲਣਗੇ ਡਿਪੈਂਡੈਂਟ ਵੀਜ਼ਾ ਦੇ ਓਪਨ ਡਾਕੂਮੈਂਟ ਦੇ, ਉਹਦੇ ਵਿੱਚ ਜ਼ਿਆਦਾ ਜਿਹੜੇ ਰਿਫਿਊਜ਼ਲ ਆਉਣ ਦਾ ਕਾਰਨ ਹੋਇਆ ਉਹ ਇਹ ਹੋਇਆ ਕਿ ਡਾਕੂਮੈਂਟੇਸ਼ਨ ਇਨਕੰਪਲੀਟ ਲਗਾਣਾ, ਰਿਲੇਸ਼ਨਸ਼ਿਪ ਪ੍ਰੂਫ ਨੂੰ ਸਹੀ ਤਰੀਕੇ ਨਾਲ ਨਾ ਪ੍ਰੈਜ਼ੈਂਟ ਕਰਕੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ। ਓਕੇ ਸਰ, ਜਿਵੇਂ ਕਿਸੇ ਦਾ ਤੁਸੀਂ ਦੱਸਿਆ ਕਿ ਰਿਫਿਊਜ਼ਲ ਆ ਜਾਂਦੀ ਹੈ ਡਾਕੂਮੈਂਟੇਸ਼ਨ ਇਨਕੰਪਲੀਟ ਬਾਰੇ, ਸੋ ਜੇ ਕਿਸੇ ਨੇ ਰੀਅਪਲਾਈ ਕਰਨਾ ਹੋਵੇ ਤਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ? ਦੇਖੋ ਬੜਾ ਕਲੀਅਰ ਹੈ, ਜਿਹੜੇ ਵੀ ਬੱਚਿਆਂ ਦੇ, ਜਿਹੜੇ ਵੀ ਐਪਲੀਕੈਂਟ ਦਾ ਸਪਾਊਸ ਵੀਜ਼ਾ ਰਿਫਿਊਜ਼ ਹੁੰਦਾ, ਉਹਦਾ ਕਾਰਨ ਹੁੰਦਾ ਡਾਕੂਮੈਂਟੇਸ਼ਨ ਇਨਕੰਪਲੀਟ ਲਗਾਉਣਾ। ਪ੍ਰੋਬਲਮ ਕੀ ਆ ਰਹੀ ਹੈ, ਜਿਹੜੇ ਵੀ ਬੱਚਾ ਰੀਅਪਲਾਈ ਕਰਦਾ, ਸਭ ਤੋਂ ਪਹਿਲਾਂ ਇਹ ਦੇਖੇ ਆਪਣੀ ਫਾਈਲ ਵਿੱਚ ਕੀ ਕਮੀ ਰਹਿ ਗਈ, ਕੀ ਡਾਕੂਮੈਂਟੇਸ਼ਨ ਉਹ ਨਹੀਂ ਲਗਾ ਪਾਇਆ ਜਿਸ ਕਰਕੇ ਵੀਜ਼ਾ ਰਿਫਿਊਜ਼ਡ ਹੋਇਆ। ਕਿਉਂਕਿ ਪ੍ਰੋਬਲਮ ਕੀ ਹੁੰਦੀ, ਜਦੋਂ ਹਾਈ ਕਮਿਸ਼ਨ ਕੈਨੇਡਾ ਦੀ ਕੋਈ ਵੀ ਵੀਜ਼ਾ ਰਿਫਿਊਜ਼ਲ ਲੈਟਰ ਦਿੰਦੀ ਹੈ, ਇੱਕ ਹੀ ਕਾਮਨ ਰੀਜ਼ਨ ਹੁੰਦਾ, ਵਾਪਸ ਨਹੀਂ ਆਉਂਗੇ, ਕੋਈ ਐਕਸਟਰਾ ਰੀਜ਼ਨ ਨਹੀਂ ਲਿਖਿਆ ਹੁੰਦਾ। ਬਟ ਕਲਾਇੰਟ ਨੂੰ ਇਹ ਦੇਖਣਾ ਪਏਗਾ ਡਾਕੂਮੈਂਟੇਸ਼ਨ ਕੀ ਚਾਹੀਦੇ। ਸਭ ਤੋਂ ਇੰਪੋਰਟੈਂਟ ਪਾਰਟ ਹੈ ਰਿਲੇਸ਼ਨਸ਼ਿਪ ਪ੍ਰੂਫ। ਜਦੋਂ ਵੀ ਬੱਚਾ ਵੀਜ਼ਾ ਅਪਲਾਈ ਕਰ ਰਿਹਾ, ਉਹਦੇ ਕੋਲ ਰਿਲੇਸ਼ਨਸ਼ਿਪ ਪ੍ਰੂਫ ਹੋਣੇ ਬਹੁਤ ਜ਼ਰੂਰੀ ਹੈ। ਸੈਕਿੰਡ, ਜਿਹੜਾ ਵੀ ਸਟੂਡੈਂਟ ਕੈਨੇਡਾ ਵਿੱਚ ਗਿਆ ਉੱਥੇ, ਉਹ ਨਾਰਮਲੀ ਜਦੋਂ ਬਾਹਰੋਂ ਸਪਾਂਸਰਸ਼ਿਪ ਲੈਟਰ ਭੇਜਦਾ, ਉਹ ਸਪਾਂਸਰਸ਼ਿਪ ਦੇ ਨਾਲ ਐਡੀਸ਼ਨਲ ਡਾਕੂਮੈਂਟ ਨਹੀਂ ਭੇਜਦਾ। ਜਿਵੇਂ ਕਿ ਅਗਰ ਉਹ ਸਟੂਡੈਂਟ ਵੀਜ਼ਾ ਤੇ ਹੈ, ਐਨਰੋਲਮੈਂਟ ਦੀ ਲੈਟਰ ਨਹੀਂ ਭੇਜ ਰਿਹਾ, ਅਗਰ ਉਹ ਪਹਿਲਾ ਸਮੈਸਟਰ ਪਾਸ ਕਰ ਚੁੱਕਿਆ, ਉਹਦੀ ਟ੍ਰਾਂਸਕ੍ਰਿਪਟਸ ਨਹੀਂ ਭੇਜ ਰਿਹਾ, ਆਪਣੀ ਉੱਥੇ ਕੈਨੇਡਾ ਵਿੱਚ ਜੌਬ ਦੀ ਡਿਊਟੀਜ਼ ਨੂੰ ਪ੍ਰੋਪਰ ਮੈਂਸ਼ਨ ਨਹੀਂ ਕਰ ਰਿਹਾ, ਆਪਣੀ ਬੈਂਕ ਸਟੇਟਮੈਂਟ ਭੇਜ ਰਿਹਾ, ਬਹੁਤ ਸਾਰੇ ਡਾਕੂਮੈਂਟੇਸ਼ਨ ਦੇ ਨਾਲ ਤੁਸੀਂ ਵੀਜ਼ਾ ਰੀਅਪਲਾਈ ਕਰ ਸਕਦੇ ਹੋ। ਜਿਹੜੇ ਕਲਾਇੰਟਸ ਦਾ ਵੀਜ਼ਾ ਰਿਫਿਊਜ਼ਡ ਹੋ ਗਿਆ, ਅਗਰ ਇਹ ਡਾਕੂਮੈਂਟੇਸ਼ਨ ਉਹਨਾਂ ਦੇ ਕੋਲ ਕੰਪਲੀਟ ਹੋ ਚੁੱਕੇ ਹੈ, ਤਾਂ ਹੀ ਉਹ ਕੈਨੇਡਾ ਦਾ ਵੀਜ਼ਾ ਰੀਅਪਲਾਈ ਕਰਨ, ਅਦਰਵਾਈਜ਼ ਰੀਅਪਲਾਈ ਕਰਨ ਦਾ ਫਾਇਦਾ ਨਹੀਂ, ਬੱਚੇ ਨੂੰ ਫਿਰ ਦੁਬਾਰਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਏਗਾ। ਓਕੇ, ਤੇ ਸਰ ਜਿਵੇਂ ਸਪਾਊਸ ਵੀਜ਼ਾ ਕੋਈ ਫਰਸਟ ਟਾਈਮ ਅਪਲਾਈ ਕਰ ਰਿਹਾ ਹੈ, ਤਾਂ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿਹੜੇ ਡਾਕੂਮੈਂਟਸ ਲਗਾਉਣੇ ਚਾਹੀਦੇ ਨੇ ਕਿ ਉਹਦਾ ਵੀਜ਼ਾ ਸਕਸੈਸ ਰੇਟ ਫਰਸਟ ਟਾਈਮ ਦੇ ਵਿੱਚ ਹੀ ਕੰਪਲੀਟ ਹੋ ਜਾਏ? ਦੇਖੋ ਬੜਾ ਕਲੀਅਰ ਹੈ, ਚਾਹੇ ਬੱਚਾ ਪਹਿਲੀ ਵਾਰੀ ਅਪਲਾਈ ਕਰ ਰਿਹਾ, ਚਾਹੇ ਬੱਚਾ ਰਿਫਿਊਜ਼ਲ ਕਰ ਰਿਹਾ, ਬੇਸਿਕ ਡਾਕੂਮੈਂਟ ਬੜੇ ਕਲੀਅਰ ਹੈ। ਜਿਹੜਾ ਵੀ ਸਟੂਡੈਂਟ ਕੈਨੇਡਾ ਵਿੱਚ ਬੈਠਾ ਹੈ, ਅਗਰ ਆਪਣੇ ਸਪਾਊਸ ਨੂੰ ਇੰਡੀਆ ਤੋਂ ਬੁਲਾਉਣਾ ਚਾਹੁੰਦਾ ਹੈ, ਉਹਦੀ ਸਭ ਤੋਂ ਪਹਿਲੀ ਕੰਡੀਸ਼ਨ ਹੈ ਕਿ ਬੱਚਾ ਉੱਥੇ ਪਬਲਿਕ ਕਾਲਜ ਵਿੱਚ ਐਨਰੋਲ ਹੋਣਾ ਜ਼ਰੂਰੀ ਹੈ। ਜਾਂ ਤਾਂ ਬੱਚਾ ਕਾਲਜ ਦੇ ਵਿੱਚ ਪੜ੍ਹਦਾ ਹੋਵੇ, ਜਾਂ ਬੱਚਾ ਬੱਚਾ ਉੱਥੇ ਵਰਕ ਪਰਮਿਟ ਤੇ ਹੋਵੇ। ਅਗਰ ਉਹ ਕਾਲਜ ਵਿੱਚ ਪੜ੍ਹ ਰਿਹਾ ਤਾਂ ਉਹਦੇ ਕੋਲ ਐਨਰੋਲਮੈਂਟ ਦੀ ਲੈਟਰ ਹੋਣੀ ਚਾਹੀਦੀ ਹੈ। ਅਗਰ ਉਹ ਕਾਲਜ ਦੇ ਵਿੱਚ ਇੱਕ ਸਮੈਸਟਰ ਪਾਸ ਕਰ ਚੁੱਕਾ, ਉਹਦੇ ਕੋਲ ਟ੍ਰਾਂਸਕ੍ਰਿਪਟਸ ਹੋਣੀ ਚਾਹੀਦੀ ਹੈ। ਨਾਲੋਂ ਨਾਲ ਜਿੱਥੇ ਵੀ ਉਹ ਜੌਬ ਕਰ ਰਿਹਾ, ਉਹਦੇ ਕੋਲ ਜੌਬ ਦੇ ਪ੍ਰੂਫ ਹੋਣੇ ਚਾਹੀਦੇ ਹੈ। ਉਹਦੀ ਸੈਲਰੀ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ। $2,500 ਉਹਦੇ ਕੈਨੇਡਾ ਦੇ ਅਕਾਊਂਟ ਵਿੱਚ ਹੋਣਾ ਚਾਹੀਦਾ ਹੈ। ਜਿੱਥੇ ਉਹ ਰਹਿ ਰਿਹਾ ਹੈ, ਉਹਦਾ ਰੈਂਟ ਐਗਰੀਮੈਂਟ ਹੋਣਾ ਚਾਹੀਦਾ। ਇਹ ਬੇਸਿਕ ਡਾਕੂਮੈਂਟ ਕੈਨੇਡਾ ਤੋਂ ਚਾਹੀਦੇ ਆ। ਇੰਡੀਆ ਤੋਂ ਵੀ ਉਹੀ ਡਾਕੂਮੈਂਟ ਚਾਹੀਦੇ ਆ ਕਿ ਬੰਦਾ, ਜਿਹੜਾ ਪਰਸਨ ਇੰਡੀਆ ਤੋਂ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਕੋਲ ਆਪਣੇ ਫਾਈਨੈਂਸ਼ੀਅਲ ਰਿਸੋਰਸਿਸ ਹੋਣੇ ਚਾਹੀਦੇ ਆ। ਹੁਣ ਫਾਈਨੈਂਸ਼ੀਅਲ ਰਿਸੋਰਸਿਸ ਦਾ ਮਤਲਬ ਹੈ ਕਿ ਅਗਰ ਉਹ ਇੰਡੀਆ ਵਿੱਚ ਜੌਬ ਕਰ ਰਿਹਾ ਤਾਂ ਉਹਦੇ ਕੋਲ ITRs ਹੋਣੀ ਚਾਹੀਦੀ ਹੈ ਤੇ ਐਕਸਪੀਰੀਅੰਸ ਲੈਟਰ ਹੋਣਾ ਚਾਹੀਦਾ ਹੈ। ਅਗਰ ਉਹ ਇੰਡੀਆ ਵਿੱਚ ਐਗਰੀਕਲਚਰਿਸਟ ਹੈ, ਉਹਦੇ ਕੋਲ J ਫਾਰਮ ਹੋਣੇ ਚਾਹੀਦੇ, ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਹੈ। ਔਰ ਸਭ ਤੋਂ ਇੰਪੋਰਟੈਂਟ ਪਾਰਟ ਹੈ, ਉਹਦੇ ਵੀ ਸਭ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਪ੍ਰੂਫ ਹੋਣੇ ਚਾਹੀਦੇ ਆ। ਕੋਰਟ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੈ। ਬੱਚੇ ਦੇ ਪਾਸਪੋਰਟ ਦੇ ਉੱਤੇ ਉਹਦੇ ਸਪਾਊਸ ਦਾ ਨੇਮ ਹੋਣਾ ਬਹੁਤ ਜ਼ਰੂਰੀ ਹੈ। ਇਹ ਬੇਸਿਕ ਡਾਕੂਮੈਂਟ ਹੈ, ਚਾਹੇ ਉਹ ਪਹਿਲੀ ਵਾਰੀ ਅਪਲਾਈ ਕਰ ਰਿਹਾ, ਚਾਹੇ ਉਹ ਬਾਅਦ ਦੇ ਵਿੱਚ ਅਪਲਾਈ ਕਰ ਰਿਹਾ। ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਕਿਉਂਕਿ ਦੇਖੋ ਕੈਨੇਡਾ ਜਿਹੜਾ ਓਪਨ ਵਰਕ ਪਰਮਿਟ ਹੈ, ਉਹ ਹਰ ਇੱਕ ਦੇ ਬਸ ਦਾ ਕੰਮ ਨਹੀਂ ਹੈ। ਉਹ ਸਟੂਡੈਂਟ ਵੀਜ਼ਾ ਵਾਲਾ ਸਿਸਟਮ ਨਹੀਂ ਹੈ। ਬਹੁਤ ਸਾਰੇ ਲੋਕ ਆਪਣੀ ਫਾਈਲ ਵਿੱਚ SOP ਲਗਾਉਂਦੇ ਆ। ਇਹ ਕਲੀਅਰ ਕਰ ਦੇਣਾ, ਉੱਥੇ SOP ਲੱਗਦੀ, SOR ਲੱਗਦੀ, ਸਟੇਟਮੈਂਟ ਆਫ ਰਿਲੇਸ਼ਨਸ਼ਿਪ। ਸਟੇਟਮੈਂਟ ਆਫ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਵੀਜ਼ਾ ਦੇਣ ਵਿੱਚ। ਬਿਕੋਜ਼ ਅਸੀਂ ਲਾਸਟ ਟਾਈਮ ਵੀ ਦੇਖਿਆ ਕਿ ਬਹੁਤ ਸਾਰੇ ਬੱਚਿਆਂ ਦੀ ਐਮਬੈਸੀ ਨੇ ਇੰਟਰਵਿਊ ਲਿੱਤੀ। ਉਹਦੇ ਚ ਇੰਟਰਵਿਊ ਆਉਣ ਦਾ ਕਾਰਨ ਕੀ ਸੀਗਾ? ਜੋ ਉਹਨਾਂ ਨੇ ਸਟੇਟਮੈਂਟ ਆਫ ਰਿਲੇਸ਼ਨਸ਼ਿਪ ਦਿੱਤਾ, ਉਹ ਰਿਲੇਸ਼ਨਸ਼ਿਪ ਦੇ ਵਿੱਚ ਐਮਬੈਸੀ ਨੇ ਇੰਟਰਵਿਊ ਲਿੱਤਾ, ਬੱਚੇ ਨੇ ਜੋ ਉਹਦੇ ਕਲਸਰ ਨੇ ਰਿਲੇਸ਼ਨਸ਼ਿਪ ਪ੍ਰੂਫ ਦੀ ਲੈਟਰ ਬਣਾਈ, ਉਹ ਬੱਚੇ ਨੂੰ ਪਤਾ ਹੀ ਨਹੀਂ ਕਿ ਮੇਰਾ ਰਿਲੇਸ਼ਨਸ਼ਿਪ ਪ੍ਰੂਫ ਦਾ ਕੀ ਕੁਝ ਲਿਖਿਆ ਹੋਇਆ। ਓਕੇ, ਬੰਦੇ ਦੀ ਮੈਰਿਜ ਕਦੋਂ ਹੋਈ, ਕਿਹੜੇ ਪੈਲੇਸ ਵਿੱਚ ਹੋਈ, ਕਿਹੜੀ ਜਗ੍ਹਾ ਉਹ ਗਏ, ਕਿੱਥੇ ਗਏ, ਕੁਝ ਨਹੀਂ ਪਤਾ ਉਹਨਾਂ ਨੂੰ। ਤੇ ਹਾਈ ਕਮਿਸ਼ਨ ਨੇ ਇੱਕੋ ਟਾਈਮ ਤੇ ਦੋਨੋਂ ਦੀ ਇਕੱਠੀ ਇੰਟਰਵਿਊ ਲਿੱਤੀ। ਯਾਨੀ ਜਿਹੜਾ ਐਪਲੀਕੈਂਟ ਹੈ ਸਪਾਊਸ ਤੋਂ, ਉਹਨੂੰ ਦਿੱਲੀ ਉਹਨਾਂ ਨੇ ਬੁਲਾਇਆ,
ਤੇ ਸੇਮ ਟਾਈਮ ਉਹਦੀ ਵਾਈਫ ਨੂੰ ਕੈਨੇਡਾ ਵਿੱਚ ਫੋਨ ਕੀਤਾ ਔਰ ਉਹਨਾਂ ਦਾ ਵੀਜ਼ਾ ਰਿਫਿਊਜ਼ ਦੇ ਨਾਲ ਬੈਨ ਵੀ ਹੋ ਗਿਆ। ਓਕੇ, ਅਗਰ ਤੁਸੀਂ ਡਾਕੂਮੈਂਟ ਇਨਕੰਪਲੀਟ ਲਗਾਉਂਦੇ ਹੋ ਤੁਸੀਂ ਰਿਫਿਊਜ਼ਲ ਤੋਂ ਇਲਾਵਾ ਬੈਨ ਵੀ ਹੋ ਸਕਦੇ ਹੋ। ਤਾਂ ਬੜਾ ਸੋਚ ਸਮਝ ਕੇ ਰੀਪਲਾਈ ਕਰੋ, ਜਦੋਂ ਵੀ ਰੀਪਲਾਈ ਕਰੋ ਡਾਕੂਮੈਂਟੇਸ਼ਨ ਸਾਰੇ ਕੰਪਲੀਟ ਪਹਿਲੀ ਵਾਰੀ 'ਚ ਲਗਾਓ ਤਾਂ ਵੀਜ਼ਾ ਫਰਸਟ ਅਟੈਂਪਟ ਤੁਸੀਂ ਹਾਸਿਲ ਕਰ ਸਕਦੇ ਹੋ। ਓਕੇ, ਹੁਣ ਜਿਹੜੇ ਲੋਕ ਨੇ ਬਾਹਰ ਜਾਣਾ ਚਾਹੁੰਦੇ ਨੇ, ਜਿਹੜੇ ਬੱਚੇ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਤੁਸੀਂ? ਦੇਖੋ ਕੈਨੇਡਾ ਦਾ ਜਿਹੜਾ ਓਪਨ ਵਰਕ ਪਰਮਿਟ ਹੈ, ਮੈਂ ਬਾਰ-ਬਾਰ ਕਹਿ ਰਿਹਾ, ਉਹ ਹਰ ਇੱਕ ਦੇ ਕੰਮ ਦਾ ਸਿਸਟਮ ਨਹੀਂ ਹੁੰਦਾ। ਓਪਨ ਵਰਕ ਪਰਮਿਟ ਸਿਰਫ ਉਹੀ ਅਪਲਾਈ ਕਰ ਸਕਦਾ ਜਿਹਨੇ ਕੈਨੇਡਾ ਦੀ ਡਿਪੈਂਡੈਂਟ ਵੀਜ਼ਾ ਹਾਸਿਲ ਕੀਤੇ ਹੈ। ਪਿਛਲੇ 3 ਤੋਂ 4 ਮਹੀਨੇ ਸਾਡੇ ਕੋਲ 155 ਕੈਨੇਡਾ ਦੇ ਓਪਨ ਵਰਕ ਪਰਮਿਟ ਆਏ ਔਰ ਸਾਡਾ ਸਿੰਗਲ ਕੈਨੇਡਾ ਦਾ ਵੀਜ਼ਾ ਓਪਨ ਵਰਕ ਪਰਮਿਟ ਰਿਫਿਊਜ਼ ਨਹੀਂ ਹੋਇਆ। ਬਹੁਤ ਘੱਟ ਕਲਸਟ ਹੈ ਜਿਹੜੇ ਕੈਨੇਡਾ ਓਪਨ ਵਰਕ ਪਰਮਿਟ ਇੰਨਾ ਸਕਸੈਸ ਦੇ ਨਾਲ ਪੋਜ਼ਿਟਿਵ ਲੈ ਕੇ ਆ ਰਹੇ ਹਨ। ਔਰ ਸਭ ਤੋਂ ਇੰਪੋਰਟੈਂਟ ਚੀਜ਼, ਸਾਡੇ ਜਿਹੜੇ ਵਿਜ਼ਨ ਗਰੁੱਪ ਦੀ ਗੱਲ ਕਰੋ, 1 ਮਹੀਨੇ ਤੋਂ ਘੱਟ ਟਾਈਮ ਦੇ ਵਿੱਚ ਕੈਨੇਡਾ ਦਾ ਓਪਨ ਵਰਕ ਪਰਮਿਟ ਸਾਨੂੰ ਹਾਸਿਲ ਹੋਇਆ। ਅਗਰ ਤੁਸੀਂ ਰੀਅਪਲਾਈ ਕਰਨਾ ਹੈ ਜਾਂ ਤੁਸੀਂ ਫਸਟ ਟਾਈਮ ਡਾਕੂਮੈਂਟ ਫਾਈਲ ਲਗਾਉਣਾ ਚਾਹ ਰਹੇ ਹੋ, ਆਪਣੇ ਕੰਪਲੀਟ ਡਾਕੂਮੈਂਟ ਆਪਣੇ ਕੰਸਲਟੈਂਟ ਨੂੰ ਸਬਮਿਟ ਕਰੋ ਤਾਂ ਕਿ ਤੁਸੀਂ ਵੀਜ਼ਾ ਫਸਟ ਅਟੈਂਪਟ ਦੇ ਵਿੱਚ ਹਾਸਿਲ ਕਰ ਸਕੋ। ਓਕੇ, ਥੈਂਕ ਯੂ ਸੋ ਮਚ ਸਰ, ਸਾਡੇ ਦਰਸ਼ਕਾਂ ਨਾਲ ਇੰਨੀ ਅਨਮੁੱਲੀ ਜਾਣਕਾਰੀ ਸ਼ੇਅਰ ਕਰਨ ਦੇ ਲਈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਰਸ਼ਕ ਬਾਹਰ ਜਾਣਾ ਚਾਹੁੰਦੇ ਨੇ, ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ, ਤਾਂ ਉਹ ਵਿਜ਼ਨ ਗਰੁੱਪ ਜਾ ਕੇ ਸਹੀ ਗਾਈਡਲਾਈਨਸ ਲੈ ਸਕਦੇ ਨੇ ਕਿ ਕਿਸ ਤਰੀਕੇ ਨਾਲ ਤੁਹਾਡੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ, ਕੀ ਰਿਕੁਆਇਰਮੈਂਟਸ ਨੇ। ਇਹ ਸਾਰੀਆਂ ਗਾਈਡਲਾਈਨਸ ਤੁਹਾਨੂੰ ਸਹੀ ਤਰੀਕੇ ਦੇ ਨਾਲ ਵਿਜ਼ਨ ਗਰੁੱਪ ਦੇ ਵਿੱਚ ਦੱਸੀਆਂ ਜਾਣਗੀਆਂ। ਸੋ ਦੇਰ ਕਿਸ ਗੱਲ ਦੀ, ਜਾਓ ਅਤੇ ਆਪਣੇ ਹੱਥ ਵਿੱਚ ਵੀਜ਼ਾ ਲੈ ਕੇ ਜ਼ਰੂਰ ਆਓ।